लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। जी का खालसा वाहिगुरु जी की फतेह। अंग है 394। ਹੁਣ तक 94 शब्द ही संपूर्ण होए ने। 93 आसा महला पंजवा। साधु संग तरया संसार, हर का नाम मनै आधार। हाँ जी। आसा महला पंजवा। आसा महला पंजवा। साधु संगत तरया संसार, साधु संगत तरया संसार। हर का नाम मनै आधार, हर का नाम मनै आधार। चरण कमल गुरुदेव प्यारे, चरण कमल गुरुदेव प्यारे। पूजै संत हर प्रीत प्यारे, रहाओ जाकै मस्तक लिखिया भाग, लिखिया भाग। ओ नानक ताका थिर सुहाग, आसा महला पंजवा। पंचम पातशाह छोटे छोटे शब्दाਂ ਵਿੱਚ ਉਪਦੇਸ਼ ਦਿੰਦੇ ਨੇ। ਸਾਧੂ ਸੰਗਤ ਤਰਿਆ ਸੰਸਾਰ, ਹਰ ਕਾ ਨਾਮ ਮਨੈ ਆਧਾਰ। ਜਿਹੜੇ ਸੰਸਾਰ ਨੂੰ ਤਰਨਾ ਔਖਾ ਸੀ, ਦੁੱਤਰ ਸੀ ਇਹ, ਕਿਨੇ ਗੁਰੂ ਦਾ ਸੰਗ ਕੀਤਾ, ਇਹ ਤੋਂ ਪਾਰ ਹੋ ਗਏ। ਹਰ ਕਾ ਨਾਮ ਮਨੈ ਆਧਾਰ। ਤੇ ਗੁਰੂ ਦੀ ਸੰਗਤ ਵਿੱਚੋਂ ਸਾਨੂੰ ਨਾਮ ਪ੍ਰਾਪਤ ਹੋਇਆ। ਹੁਣ ਹਰੀ ਦਾ ਨਾਮ ਹੀ ਸਾਡਾ ਮਨ ਦਾ ਆਸਰਾ ਬਣ ਗਿਆ। ਚਰਨ ਕਮਲ ਗੁਰਦੇਵ ਪਿਆਰੇ, ਪੂਜੈ ਸੰਤ ਹਰ ਪ੍ਰੀਤ ਪਿਆਰੇ। ਗੁਰੂ ਦੇ ਚਰਨ ਕਮਲ ਹੁਣ ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ। ਗੁਰੂ ਦਾ ਮਾਰਗ ਹੁਣ ਚੰਗਾ ਲੱਗਦਾ ਹੈ। ਤੇ ਜਿਹੜੇ ਤੇਰੇ ਪਿਆਰੇ ਨੇ, ਤੇਰੇ ਸੰਤ ਨੇ, ਤੈਨੂੰ ਸਿਮਰਨ ਵਾਲੇ ਨੇ, ਪੂਜੈ ਸੰਤ ਹਰ ਪ੍ਰੀਤ ਪਿਆਰੇ। ਉਹ ਪ੍ਰੀਤ ਪਾ ਕੇ ਪ੍ਰਭੂ ਇਸ ਨੂੰ ਪੂਜਦੇ ਨੇ, ਇਸ ਮਾਰਗ ਤੇ ਚੱਲਦੇ ਨੇ, ਇਸ ਮਾਰਗ ਤੇ ਸ਼ਰਧਾ ਨਾਲ ਪੂਰੇ ਪ੍ਰੀਤ ਪਾ ਕੇ ਉਸ ਮਾਰਗ ਨੂੰ ਅਪਣਾਉਂਦੇ ਨੇ। ਰਹਾਉ ਜਾਂ ਕੈ ਮਸਤਕ ਲਿਖਿਆ ਭਾਗ, ਕਉ ਨਾਨਕ ਤਾਂ ਕਾ ਸਥਿਰ ਸੁਹਾਗ। ਤੇ ਮਹਾਰਾਜ ਨੇ ਜਿਨ੍ਹਾਂ ਦੇ ਮਸਤਕ ਭਾਗ ਨੇ, ਭਾਵ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਚੀਜ਼ ਆ ਗਈ ਕਿ ਗੁਰੂ ਕੋਲ ਜਾ ਕੇ ਬਾਣੀ ਪੜ੍ਹ ਕੇ ਵਿਚਾਰ ਕਰਕੇ ਹੀ ਇਹ ਚੀਜ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਮੈਂ ਕਹੋ ਨਾਨਕ ਤਾਂ ਕਾ ਥਿਰ ਸੁਹਾਗ, ਕਹਿੰਦੇ ਉਹਨਾਂ ਦਾ ਸੁਹਾਗ ਹੁਣ ਸਥਿਰ ਹੋ ਗਿਆ। ਭਾਵ ਉਹ ਜੀਵ ਆਤਮਾਵਾਂ ਨੇ ਜਿਹੜੀਆਂ ਉਹ ਸੁਹਾਗਣਾ ਹੋ ਗਈਆਂ, ਮਾਲਕ ਵਾਲੀਆਂ ਹੋ ਗਈਆਂ, ਕਿਉਂਕਿ ਉਹਨਾਂ ਦਾ ਮਾਲਕ ਜਿਹੜਾ ਉਹ ਸਥਿਰ ਹੈ। ਕੌਣ ਹੈ? ਵਾਹਿਗੁਰੂ ਅਕਾਲ ਪੁਰਖ, ਜਿਹੜਾ ਕਿ ਆਉਂਦਾ ਜਾਂਦਾ ਨਹੀਂ। ਕਿਉਂਕਿ ਦੁਨੀਆ ਦੇ ਜਿਹੜੇ ਸੁਹਾਗ ਨੇ ਉਹ ਸਥਿਰ ਨਹੀਂ, ਅੱਜ ਹੈ ਕੱਲ ਨੂੰ ਨਹੀਂ ਹੋ ਸਕਦੇ। ਪਰ ਉਹ ਸੁਹਾਗ ਜਿਹੜਾ ਹੈ ਉਹ ਮਾਲਕ ਵਾਲੇ ਨੇ, ਇੱਥੇ ਵੀ ਅੱਗੇ ਵੀ ਉਹ ਮਾਲਕ ਨਾਲ ਜੁੜੇ ਰਹਿਣਗੇ। ਉਹ ਜੀਵਾਤਮਾ ਥਿਰ ਸੁਹਾਗ ਵਾਲੀਆਂ ਹੋ ਗਈਆਂ, ਉਸ ਵਾਹਿਗੁਰੂ ਅਕਾਲ ਪੁਰਖ ਨਾਲ ਪੂਰਨ ਤੌਰ ਤੇ ਜੁੜ ਗਈਆਂ। ਹਾਂਜੀ।
ਆਸਾ ਮਹੱਲਾ ਪੰਜਵਾਂ। ਆਸਾ ਮਹੱਲਾ ਪੰਜਵਾਂ। ਮਿੱਠੀ ਆਗਿਆ ਪਿਰ ਕੀ ਲਾਗੀ, ਮਿੱਠੀ ਆਗਿਆ ਫਿਰ ਕੀ ਲਾਗੀ। ਸੌਕਣ ਘਰ ਕੀ ਕੰਤ ਤਿਆਗੀ, ਸੌਕਣ ਘਰ ਕੀ ਸੰਤ ਤਿਆਗੀ। ਪ੍ਰਿਆ ਸੁਹਾਗਣ ਸਿੰਗਾਰ ਕਰੀ, ਰਿਆ ਸੁਹਾਗਣ ਸ਼ਿੰਗਾਰ ਕਰੀ। ਮਨ ਮੇਰੇ ਕੀ ਤਪਤ ਹਰੀ, ਮਨ ਮੇਰੇ ਕੀ ਤਪਤ ਹਰੀ। ਭਲੋ ਭਇਓ ਪ੍ਰੇ ਕਿਹਾ ਮਾਨਿਆ, ਕਿਹਾ ਮਾਨਿਆ। ਸੁਖ ਸਹਿਜ ਇਸ ਘਰ ਕਾ ਜਾਣਿਆ, ਸਹਿਜ ਇਸ ਘਰ ਕਾ ਜਾਣਿਆ। ਰਹਾਓ ਰਹਾਉ ਹੋ ਬੰਦੀ ਪ੍ਰੇ ਖਿਜਮਤਦਾਰ, ਹਉ ਬੰਦੀ ਪ੍ਰਿਆ ਖਿਦਮਤਦਾਰ। ਓ ਅਬਨਾਸੀ ਅਗਮ ਅਪਾਰ, ਨਾਸੀ ਅਗਮ ਅਪਾਰ। ਲੈ ਪਖਾ ਪ੍ਰਿਯ ਚਲਿਓ ਪਾਏ, ਇਹ ਪੱਕਾ ਲੈ ਚੱਲੋ ਪਾਏ। ਭਾਗ ਗਏ ਪੰਜ ਦੂਤ ਲਾਵੇ, ਪੰਜ ਦੂਤ ਲਾਵੇ। ਨਾ ਮੈਂ ਕੁਲ ਨਾ ਸੋਭਾਵੰਤ, ਨਾਮੈ ਕੁਲ ਨਾ ਸੋਭਾਵੰਤ। ਕਿਆ ਜਾਣਾ ਕਿਉ ਭਾਨੀ ਕੰਤ, ਕਿਆ ਜਾਨਾ ਕਿਉ ਭਾਨੀ ਕੰਤ। ਮੋਹ ਅਨਾਥ ਗਰੀਬ ਨਿਮਾਨੀ, ਮੋਹੇ ਅਨਾਥ ਗਰੀਬ ਨਿਮਾਨੀ। ਕਾਂਤ ਪਕਰ ਹਮ ਕੀਨੀ ਰਾਨੀ, ਕੰਤ ਪਕਰ ਹਮ ਕੀਨੀ ਰਾਨੀ। ਜਬ ਮੁਖ ਪ੍ਰੀਤਮ ਸਾਜਨ ਲਾਗਾ, ਜਬ ਮੁਖ ਪ੍ਰੀਤਮ ਸਾਜਨ ਲਾਗਾ। ਸੁਖ ਸਹਿਜ ਮੇਰਾ ਧਨ ਸੁਹਾਗਾ, ਸੁਖ ਸਹਿਜ ਮੇਰਾ ਧਨ ਸੁਹਾਗਾ। ਕਹੋ ਨਾਨਕ ਮੋਰੀ ਪੂਰਨ ਆਸਾ, ਕਹੋ ਨਾਨਕ ਮੋਰੀ ਪੂਰਨ ਆਸਾ। ਸਤਿਗੁਰ ਮੇਲੀ ਪ੍ਰਭ ਗੁਣ ਤਾਸਾ, ਆਸਾ ਮਹੱਲਾ ਪੰਜਵਾਂ। ਉੱਪਰਲਾ ਸ਼ਬਦ ਪੜਾਏ ਆ ਮਾਰੇ ਕਹਿੰਦੇ ਜਾਂ ਕੈ ਮਸਤਕ ਲਿਖਿਆ ਭਾਗ। ਜਿਨ੍ਹਾਂ ਨੇ ਗੁਰੂ ਦੇ ਮਾਰਗ ਚੱਲਣ ਦਾ, ਗੁਰੂ ਕੋਲ ਆ ਕੇ ਆਪਣਾ ਹਿੱਸਾ ਲਿਖਾ ਦਿੱਤਾ, ਨਾਮ ਭਾਗ ਲੈ ਲਿਆ, ਜਿਨ੍ਹਾਂ ਨੇ ਐਂਟਰੀ ਕਰਾ ਲਈ, ਭਾਵ ਜੋ ਉਸ ਮਾਰਗ ਤੇ ਮੰਨ ਗਏ, ਉਹਨਾਂ ਦੀ ਮਾਰੇ ਗੱਲ ਕਰਦੇ ਨੇ। ਹੁਣ ਮਿੱਠੀ ਆਗਿਆ ਫਿਰ ਕੀ ਲਾਗੀ, ਸੌਕਣ ਘਰ ਕੀ ਕੰਤ ਤਿਆਗੀ। ਹੁਣ ਪ੍ਰਭੂ ਦੀ ਆਗਿਆ, ਪ੍ਰਭੂ ਦਾ ਮਾਰਗ, ਗੁਰੂ ਦਾ ਉਪਦੇਸ਼ ਮਿੱਠਾ ਲੱਗਦਾ ਹੈ। ਜਿਹੜੀ ਘਰ ਦੀ ਸੌਕਣ ਸੀ, ਇਸ ਹਿਰਦੇ ਰੂਪੀ ਘਰ 'ਚ ਸੌਕਣ ਬੈਠੀ ਸਾਡੀ ਮਾਇਆ, ਤੇ ਉਸ ਪ੍ਰਭੂ ਨੇ ਕਿਰਪਾ ਕੀਤੀ, ਤਿਆਗ ਦਿੱਤੀ। ਉਹਦੀ ਕਿਰਪਾ ਨਾਲ ਇਹਨੂੰ ਤਿਆਗ ਦਿੱਤਾ। ਪ੍ਰਿਆ ਸੁਹਾਗਣ ਸ਼ਿੰਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਉਸ ਪਿਆਰੇ ਨੇ ਆਪ ਕਿਰਪਾ ਕਰਕੇ ਸਾਨੂੰ ਗੁਣਾ ਨਾਲ ਸ਼ਿੰਗਾਰ ਦਿੱਤਾ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿਹੜਾ ਸ਼ਿੰਗਾਰ ਹੈ ਦੇਹੀ ਦਾ, ਗੁਣਾ ਦਾ, ਗੁਣਾ ਨਾਲ ਸ਼ਿੰਗਾਰਿਆ। ਆਪ ਕਹਿੰਦੇ ਮੇਰੇ ਮਨ ਦੀ ਜਿਹੜੀ ਅੰਦਰ ਤਪਸ਼ ਸੀ ਨਾ, ਤਪਿਆ ਪਿਆ ਜਿਹੜਾ ਮਨ, ਤ੍ਰਿਸ਼ਨਾਵਾਂ ਨਾਲ, ਹਉਮੈ ਨਾਲ, ਹੰਕਾਰ ਨਾਲ, ਈਰਖਾ ਨਾਲ, ਸਾਰੇ ਨਾਲ, ਕਹਿੰਦੇ ਉਸ ਮਾਲਕ ਨੇ ਸਾਡੀ ਅੰਦਰਲੀ ਤਪਸ਼ ਨੂੰ ਦੂਰ ਕਰ ਦਿੱਤਾ। ਭਲੋ ਭਇਓ ਪ੍ਰਿਆ ਕਹਿਆ ਮਾਨਿਆ, ਸੁਖ ਸਹਿਜ ਇਸ ਘਰ ਕਾ ਜਾਣਿਆ। ਕਹਿੰਦੇ ਬੜਾ ਚੰਗਾ ਹੋਇਆ, ਭਲਾ ਹੋਇਆ ਕਿ ਹੁਣ ਪਿਆਰੇ ਦਾ ਕਹਿਆ ਮੰਨ ਲਿਆ। ਜਦੋਂ ਅਸੀਂ ਉਸ ਦੀ ਆਗਿਆ ਵਿੱਚ ਰਹਿਣਾ ਸਿੱਖਿਆ, ਉਸ ਮਾਲਕ ਨੇ ਬੜੀ ਕਿਰਪਾ ਕੀਤੀ। ਕਹਿੰਦੇ ਉਦੋਂ ਸਮਝ ਆਈ ਇਹ ਹਿਰਦੇ ਰੂਪੀ ਘਰ ਦਾ ਅਸਲੀ ਸੁੱਖ ਹੈ ਕੀ ਸੀ, ਸਹਿਜ ਕੀ ਹੈ। ਕਿਉਂਕਿ ਕੁਝ ਗੱਲਾਂ ਨੇ ਜਿਹੜੀਆਂ ਜਾਣੀਆਂ ਜਾਂਦੀਆਂ ਨੇ, ਬਿਆਨੀਆਂ ਨਹੀਂ ਜਾਂਦੀਆਂ। ਬਿਆਨ ਤੇ ਭਾਵੇਂ ਸਾਰੀ ਉਮਰ ਕਰਦੇ ਰਹੋ, ਨਹੀਂ ਹੋ ਸਕਦਾ। ਪਰ ਜਦੋਂ ਉਸ ਮਾਲਕ ਨੇ, ਉਸ ਪ੍ਰਭੂ ਨੇ ਕਿਰਪਾ ਕੀਤੀ, ਕਹਿੰਦੇ ਸੁਖ ਸਹਿਜ ਇਸ ਘਰ ਕਾ ਜਾਣਿਆ। ਇਸ ਘਰ ਦਾ ਸੁੱਖ ਕੀ ਸੀ ਸਹੀ ਮਾਇਨੇ ਵਿੱਚ? ਸੁੱਖ ਕਿਹਨੂੰ ਕਹਿੰਦੇ ਨੇ, ਉਹਦੀ ਡੈਫੀਨੇਸ਼ਨ, ਉਹਦੀ ਪਰਿਭਾਸ਼ਾ ਸਮਝ ਆ ਗਈ ਜਦੋਂ ਉਸ ਮਾਲਕ ਨੇ ਕਿਰਪਾ ਕੀਤੀ। ਇਹਨੂੰ ਸੁੱਖ ਕਹਿੰਦੇ ਨੇ। ਉਹ ਅਵਸਥਾ ਬਣ ਗਈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ,
ਉਹ ਅਵਸਥਾ ਤੇ ਆ ਗਿਆ, ਕਹਿੰਦੇ ਦੁੱਖ ਸੁੱਖ ਉਹਨਾਂ ਲਈ ਬਰਾਬਰ ਹੋ ਗਏ। ਉਦੋਂ ਸਮਝ ਆਈ ਕਿ ਮਨ ਸਹਿਜ ਵਿੱਚ ਹੈ, ਮਨ ਟਿਕਾਓ ਵਿੱਚ ਹੈ, ਮਨ ਦੇ ਪੁਰਨੇ ਖਤਮ ਹੋ ਗਏ। ਇਹ ਉਹਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ, ਹਉ ਬੰਦੀ ਪ੍ਰਿਆ ਖਿਦਮਤਕਾਰ, ਹਉ ਬੰਦੀ ਪ੍ਰਿਆ ਖਿਦਮਤਦਾਰ, ਉਹ ਅਬਨਾਸੀ ਅਗਮੈ ਅਪਾਰ। ਹਉ ਬੰਦੀ, ਬੰਦੀ ਹੁੰਦਾ ਸੇਵਾਦਾਰ। ਕਹਿੰਦੇ ਮੈਂ ਉਹਦੀ ਸੇਵਾਦਾਰ ਨਹੀਂ ਹੋ ਗਈ, ਉਸ ਮਾਲਕ ਦੀ। ਪ੍ਰਿਆ ਖਿਦਮਤਦਾਰ ਭਾਵ ਆਗਿਆ 'ਚ ਰਹਿਣ ਵਾਲਾ, ਖਿਦਮਤ ਕਰਨੀ ਕਿਸੇ ਦੀ, ਉਹਦੀ ਸੇਵਾ ਕਰਨੀ ਪ੍ਰੀਤ ਪਾ ਕੇ। ਉਹ ਅਬਨਾਸੀ ਅਗਮੈ ਅਪਾਰ, ਪਰ ਉਹ ਤੇ ਨਾ ਨਾਸ਼ ਹੋਣ ਵਾਲਾ ਵਾਹਿਗੁਰੂ ਅਕਾਲ ਪੁਰਖ ਉਹ ਤੇ ਅਗਮ ਹੈ, ਅਪਾਰ ਹੈ, ਪਹੁੰਚ ਤੋਂ ਬਾਹਰ ਹੈ। ਪਹਿਲਾ ਕੰਮ ਕੀਤਾ ਕਿ ਅਸੀਂ ਉਹਦੀ ਖਿਦਮਤਕਾਰ ਹੋ ਗਏ, ਉਹਦੀ ਸੇਵਾਦਾਰ ਹੋ ਕੇ ਸੇਵਾ ਭਾਵਨਾ ਨਾਲ ਉਹਦੇ ਦਰ ਤੇ ਆਏ। ਲੈ ਪੱਖਾ ਪ੍ਰਿਆ ਝੱਲੋਂ ਪਾਏ, ਭਾਗ ਗਏ ਪੰਚ ਦੂਤ ਲਾਵੇ। ਕਹਿੰਦੇ ਮੈਂ ਸੇਵਾ ਕਰਨੀ ਸ਼ੁਰੂ ਕੀਤੀ। ਲੈ ਪੱਖਾ, ਪੱਖਾ ਫੇਰਨਾ ਇੱਕ ਸੇਵਾ ਹੈ, ਭਾਵ ਨੇੜਤਾ ਨੂੰ ਮੰਨਣਾ। ਜਦੋਂ ਕਿਸੇ ਦੇ ਨੇੜੇ ਹੋ ਕੇ ਜਾਂਦੇ ਹਾਂ ਅਸੀਂ ਤਾਂ ਉਹਨੂੰ ਪੱਖਾ ਫੇਰਨਾ ਕਹਿੰਦੇ ਆ, ਪਾਣੀ ਢੋਣਾ ਕਹਿੰਦੇ ਆ। ਹੁਣ ਤਾਂ ਖੈਰੇ ਇਹ ਸੇਵਾਵਾਂ ਸਾਰੀਆਂ ਬਿਜਲੀ ਨੇ ਲੈ ਲਈਆਂ। ਪਹਿਲਾਂ ਇਸ ਨੂੰ ਬਹੁਤ ਵੱਡਾ, ਕਿਉਂਕਿ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਪਾਣੀ ਦਾ ਸਭ ਤੋਂ ਵੱਡਾ ਗੁਣ ਹੈ। ਮੈਂ ਕਈ ਵਾਰ ਇਹ ਬੇਨਤੀ ਕੀਤੀ ਹੈ ਕਿ ਮਾਂ ਆਪਣੇ ਪੁੱਤਰ ਤੋਂ ਜਦੋਂ ਵਿਆਹ ਕੇ ਆਉਂਦਾ ਤਾਂ ਪਾਣੀ ਵਾਰ ਕੇ ਪੀਂਦੀ, ਦੁੱਧ ਕਿਉਂ ਨਹੀਂ ਪੀਂਦੀ? ਅਜੇ ਕਿ ਦੁੱਧ ਮਹਿੰਗਾ ਹੈ, ਪੁੱਛਿਆ ਤਾਂ ਉਹਦਾ ਉੱਤਰ ਇਹ ਹੀ ਮਿਲਿਆ ਕਿ ਜਿਹੜਾ ਪਾਣੀ ਹੈ ਉਹ ਜੀਵਨ ਹੈ, ਉਹ ਜੀਵਨ ਦੀ ਸੰਕੇਤ ਕਰਦਾ ਹੈ। ਇਸ ਕਰਕੇ ਮਾਂ ਆਪਣੇ ਪੁੱਤਰ ਤੋਂ ਜੀਵਨ ਵਾਰਦੀ ਹੈ। ਇੱਥੇ ਪਾਣੀ ਢੋਣਾ, ਪੱਖਾ ਫੇਰਨਾ, ਇਹ ਬਹੁਤ ਨੇੜਤਾ ਦੇ ਦੋਨੇ ਚੀਜ਼ਾਂ, ਹਵਾ ਤੇ ਪਾਣੀ ਸਾਡਾ ਜੀਵਨ ਹੈ, ਭਾਵ ਆਪਣਾ ਜੀਵਨ ਵਾਰਨਾ। ਜਦੋਂ ਇਸ ਤਰ੍ਹਾਂ ਉਹਦੇ ਪੈਰਾਂ ਵਿੱਚ ਬੈਠ ਕੇ ਨੀਵਾਂ ਹੋ ਕੇ ਅਸੀਂ ਆਪਣੇ ਜੀਵਨ ਨੂੰ ਅਰਪਣ ਕਰਦੇ ਹਾਂ ਗੁਰੂ ਨੂੰ। ਭਾਗ ਗਏ ਪੰਜ ਦੂਤ ਲਾਵੇ, ਕਹਿੰਦੇ ਉਸੇ ਵੇਲੇ ਇਹ ਪੰਜੇ ਦੂਤ, ਇਹ ਕਾਮ, ਇਹ ਕ੍ਰੋਧ, ਇਹ ਲੋਭ, ਇਹ ਮੋਹ, ਇਹ ਹੰਕਾਰ ਜਿਹੜੇ ਲਾਵੇ ਸਨ, ਜਿਹੜੇ ਸਾਨੂੰ ਦੁੱਖ ਦਿੰਦੇ ਸਨ, ਉਹ ਭੱਜ ਗਏ। ਨਾ ਮੈਂ ਕੁਲ ਨਾ ਸੋਭਾਵੰਤ, ਕਿਆ ਜਾਨਾ ਕਿਉਂ ਭਾਨੀ ਕੰਤ। ਬਸ ਮੈਂ ਤੇ ਆਪਣੇ ਆਪ ਨੂੰ ਸੇਵਾਦਾਰ ਬਣ ਕੇ ਉਸ ਨੂੰ ਅਰਪਣ ਕੀਤਾ ਸੀ। ਨਾ ਮੈਂ ਕੁਲ ਹੈ ਮੇਰੀ ਕੋਈ, ਨਾ ਮੈਂ ਉੱਚੀ ਕੁਲ ਦਾ, ਨਾ ਹੀ ਮੇਰੀ ਸੋਭਾ ਹੈ, ਨਾ ਹੀ ਮੇਰੀ ਲੋਕਾਂ 'ਚ ਵਡਿਆਈ ਹੈ, ਨਾ ਹੀ ਮੈਨੂੰ ਕੋਈ ਜਾਣਦਾ ਹੈ। ਕਿਆ ਜਾਨਾ ਕਿਉਂ ਭਾਨੀ ਕੰਤ, ਪਰ ਮੈਨੂੰ ਨਹੀਂ ਪਤਾ ਲੱਗਿਆ ਕਿ ਉਸ ਮਾਲਕ ਨੇ ਮੈਨੂੰ ਕਿਵੇਂ ਭਾ ਗਿਆ, ਮੈਨੂੰ ਕਿਵੇਂ ਪਸੰਦ ਕਰ ਲਿਆ, ਮੈਨੂੰ ਕਿਵੇਂ ਕਬੂਲ ਕਰ ਲਿਆ, ਮੈਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਦੇ ਬਾਰੇ। ਮੋਏ ਅਨਾਥ ਗਰੀਬ ਨਿਮਾਨੀ, ਕੰਤ ਪਕਰ ਹਮ ਕੀਨੀ ਰਾਨੀ। ਅਸੀਂ ਤੇ ਅਨਾਥ ਸਾਂ, ਸਾਡੇ ਤੇ ਹੈ ਹੀ ਕੋਈ ਨਹੀਂ ਸੀ। ਬਸ ਗੱਲ ਤੇ ਇੰਨੀ ਹੈ ਨਾ, ਜਦੋਂ ਅਸੀਂ ਅਨਾਥ ਬਣ ਕੇ ਸੱਚੇ ਪਾਤਸ਼ਾਹ ਸਾਡਾ ਤੇਰੇ ਬਗੈਰ ਕੋਈ ਨਹੀਂ, ਜਦੋਂ ਇਸ ਤਰ੍ਹਾਂ ਕਰਕੇ ਆਵਾਂਗੇ ਫਿਰ ਉਹ ਰੱਖ ਲੈਂਦਾ ਹੈ। ਮੋਏ ਅਨਾਥ ਗਰੀਬ, ਇਹ ਪ੍ਰਭੂ ਮੈਂ ਤੇ ਗਰੀਬ ਹਾਂ, ਮੇਰੇ 'ਚ ਗੁਣ ਹੀ ਕੋਈ ਨਹੀਂ, ਮੇਰੇ 'ਚ ਗੁਣ ਕੋਈ ਨਹੀਂ। ਨਿਮਾਣੇ ਹੋ ਕੇ, ਨੀਵੇਂ ਹੋ ਕੇ, ਨੀਵੇਂ ਮਨ ਨਾਲ ਜਦੋਂ ਤੇਰੇ ਦਰ ਤੇ ਆਏ, ਕੰਤ ਪਕਰ ਹਮ ਕੀਨੀ ਰਾਨੀ। ਕਹਿੰਦੇ ਜਦੋਂ ਇਸ ਤਰ੍ਹਾਂ ਇਸ ਭਾਵਨਾ ਨਾਲ ਉਸ ਮਾਲਕ ਦੇ ਦਰ ਤੇ ਆਏ, ਉਸ ਪ੍ਰਭੂ ਨੇ ਫੜਿਆ ਤੇ ਸਾਨੂੰ ਆਪਣੀ ਰਾਣੀ ਬਣਾ ਲਿਆ, ਭਾਵ ਆਪਣੇ ਅੰਗ ਲਾ ਲਿਆ। ਜਬ ਮੁਖ ਪ੍ਰੀਤਮ ਸਾਜਨ ਲਾਗਾ, ਸੁਖ ਸਹਿਜ ਮੇਰਾ ਧਨ ਸੁਹਾਗਾ। ਜਦੋਂ ਮੁਖ ਤੇ ਉਸ ਪ੍ਰਭੂ ਦਾ ਨਾਮ ਆਇਆ, ਫਿਰ ਸਾਨੂੰ ਮੁਖ ਲੱਗਣਾ ਹੁੰਦਾ, ਸਾਨੂੰ ਦਰਸ਼ਨ ਦਿੱਤੇ ਉਸ ਮਾਲਕ ਨੇ, ਕਿਰਪਾ ਕੀਤੀ। ਸੁਖ ਸਹਿਜ ਮੇਰਾ ਧਨ ਸੁਹਾਗਾ, ਕਹਿੰਦੇ ਮੈਨੂੰ ਉਸ ਮਾਲਕ ਦੇ ਮਿਲਾਪ ਵਾਲਾ ਸੁਖ ਪ੍ਰਾਪਤ ਹੋ ਗਿਆ, ਸੁਹਾਗ ਵਾਲਾ ਸੁਖ ਪ੍ਰਾਪਤ ਹੋ ਗਿਆ। ਕਿ ਮਿਲਾਪ ਦਾ ਕੀ ਸੁਖ ਹੈ, ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਕਿਸੇ ਦਾ ਕੋਈ ਪਿਆਰਾ ਵਿਛੜ ਜਾਏ, ਜਿਹਦੀ ਆਸ ਹੀ ਨਾ ਹੋਵੇ, ਤੁਸੀਂ ਇਮੇਜਿਨ ਕਰਕੇ ਵੇਖੋ ਕਿ ਜਦੋਂ ਉਹ ਕਿਤੇ ਸਾਹਮਣੇ ਆ ਜਾਏ, ਉਹ ਮਨ ਦੀ ਅਵਸਥਾ ਵੇਖਣ ਵਾਲੀ ਹੁੰਦੀ। ਇਸ ਅਵਸਥਾ ਨੂੰ ਮੈਂ ਉਧਰ ਕਲਾਸ ਲਾਉਣਾ, ਉਧਰ ਇੱਕ ਭੈਣ ਜੀ ਆਉਂਦੇ, ਉਹਨਾਂ ਦਾ ਬੇਟਾ ਘਰੋਂ ਚਲਾ ਗਿਆ ਸੀ ਅਚਾਨਕ, ਕਿਵੇਂ ਚਲਾ ਗਿਆ ਪਤਾ ਨਹੀਂ ਲੱਗਿਆ। 3 ਸਾਲਾਂ ਬਾਅਦ ਇਹ ਗੱਲ ਉਹਦੀ ਵਿਚਾਰ ਹੋ ਰਹੀ ਸੀ ਉੱਥੇ,
ਤਾਂ 3 ਸਾਲਾਂ ਬਾਅਦ ਉਹ ਕਹਿੰਦੀ ਜਦੋਂ ਸਾਡੇ ਸਾਹਮਣੇ ਅਚਾਨਕ ਸਾਡੇ ਘਰੇ ਆ ਕੇ ਦਰਵਾਜ਼ੇ ਅੱਗੇ ਖਲੋਤਾ, ਤਾਂ ਉਸ ਅਵਸਥਾ ਨੂੰ ਮੈਂ ਬਿਆਨ ਨਹੀਂ ਕਰ ਸਕਦੀ। 3 ਸਾਲ ਮੇਰੀਆਂ ਅੱਖਾਂ 'ਚੋਂ ਨੀਰ ਵਹਿੰਦਾ ਰਿਹਾ, ਪਰ ਜਿਹੜੇ ਉਹ ਖੁਸ਼ੀ ਦੇ ਹੰਝੂ ਆਏ ਵੀਰ ਜੀ, ਮੈਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਪਰ ਜਿਹਦੇ ਤੋਂ ਅਸੀਂ ਚਿਰਾਂ ਤੋਂ ਵਿਛੜੇ ਹੋਈਏ, ਜਦੋਂ ਕਿਤੇ ਸਾਡੇ ਸਾਹਮਣੇ ਆ ਜਾਏ, ਕਹਿੰਦੇ ਉਸ ਮਿਲਾਪ ਦੇ ਸੁੱਖ ਨੂੰ ਫਿਰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਤਾਂ ਕਹਿੰਦੇ ਨੇ ਕਿ ਧੰਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਤਾਸਾ। ਮੈਂ ਕਹਿੰਦੀ ਮੇਰੀ ਆਸ ਪੂਰੀ ਹੋ ਗਈ, ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਸਾਨੂੰ ਗੁਣਾਂ ਦੇ ਖਜ਼ਾਨੇ ਨਾਲ ਮਿਲ ਦਿੱਤਾ। ਗੁਣਤਾਸ ਹੈ ਗੁਣਾਂ ਦਾ ਖਜ਼ਾਨਾ, ਸਾਨੂੰ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਨਾਲ ਮੇਲ ਦਿੱਤਾ। ਉਸ ਪ੍ਰਭੂ ਨੇ ਬੜੀ ਕਿਰਪਾ ਕੀਤੀ ਸਾਡੇ ਤੇ। ਹਾਂਜੀ। ਆਸਾ ਮਹੱਲਾ ਪੰਜਵਾਂ। ਆਸਾ ਮਹੱਲਾ ਪੰਜਵਾਂ। ਮਾਥੈ ਤਿਰਕੂਟੀ ਦ੍ਰਿਸ਼ਟ ਕਰੂਰ, ਮੱਥੈ ਤ੍ਰਿਕੁਟੀ ਦਿਸ਼ਟ ਕਰੂਰ। ਬੋਲੇ ਕੌੜਾ ਜੀਬਾ ਕੀ ਫੂੜ, ਲੈ ਕੌੜਾ ਜੀਬਾ ਕੀ ਫੂੜ। ਸਦਾ ਭੁਖੀ ਪਿਰ ਜਾਣੈ ਦੂਰ, ਸਦਾ ਭੁਖੀ ਫਿਰ ਜਾਣੈ ਦੂਰ। ਐਸੀ ਇਸਤਰੀ ਇਕ ਰਾਮ ਉਪਾਈ, ਐਸੀ ਇਸਤਰੀ ਇਕ ਰਾਮ ਉਪਾਈ। ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਰਹਾਓ ਰਹਾਉ ਪਾਏ ਠਗੌਲੀ ਸਭ ਜਗ ਜੋਹਿਆ, ਆਏ ਠਗੌਲੀ ਸਭ ਜਗ ਜੋਹਿਆ। ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ। ਗੁਰਮੁਖ ਨਾਮ ਲਗੇ ਸੇ ਸੋਹਿਆ, ਗੁਰਮੁਖ ਨਾਮ ਲੱਗੇ ਸੇ ਸੋਹਿਆ। ਵਰਤ ਨੇਮ ਕਰ ਥਾਕੇ ਪੁਨੈ ਚਰਨਾ, ਵਰਤ ਨੇਮ ਥਾਕੇ ਪੁਨੈ ਚਰਨਾ। ਤੜ ਤੀਰਥ ਭਵੇ ਸਭ ਧਰਨਾ, ਕਾਟ ਤੀਰਥ ਭਵੇ ਸਭ ਧਰਨਾ। ਸੇ ਉਬਰੇ ਜੇ ਸਤਿਗੁਰ ਕੀ ਸਰਨਾ, ਸੇ ਉਬਰੇ ਜੇ ਸਤਿਗੁਰ ਕੀ ਸ਼ਰਨਾ। ਮਾਇਆ ਮੋਹੇ ਸਭੋ ਜਗ ਬਾਧਾ, ਮਾਇਆ ਮੋਹ ਸਭੋ ਜਗ ਬਾਧਾ। ਹਉਮੈ ਪਚੈ ਮਨ ਮੁਖ ਮੂਰਾਖਾ, ਹਉਮੈ ਪਚੈ ਮਨ ਮੁਖ ਮੂਹ ਰਖਾ। ਗੁਰ ਨਾਨਕ ਬਾਹ ਪਕੜ ਹਮ ਰਾਖਾ, ਗੁਰ ਨਾਨਕ ਬਾਹ ਪਕੜ ਹਮ ਰਖਾ। ਆਸਾ ਮਹੱਲਾ ਪੰਜਵਾ। ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੇਬਾ ਕੀ ਫੂੜ। ਸਦਾ ਭੁਖੀ ਫਿਰ ਜਾਣੈ ਦੂਰ। ਜਿਹੜੀ ਮਾਇਆ ਦੀ ਦ੍ਰਿਸ਼ਟੀ ਹੈ ਨਾ, ਮਾਇਆ ਦੀ ਪ੍ਰਾਪਤੀ ਲਈ ਉੱਥੇ ਲਿਹਾਜ਼ ਕੋਈ ਨਹੀਂ। ਮਾਇਆ ਦੇ ਵਿੱਚ ਮਾਇਆਧਾਰੀ ਜਿਹੜਾ ਇਨਸਾਨ ਹੈ ਉਹ ਖੁਰਾ ਮਿਲੇਗਾ ਸਾਨੂੰ, ਖੁਰਦਰੇ ਸੁਭਾਅ ਦਾ। ਮਾਇਆ ਤ੍ਰਿਕੁਟੀ, ਮਾਥੈ ਤ੍ਰਿਕੁਟੀ, ਮੱਥੇ ਤੇ ਤਿਉੜੀ। ਦ੍ਰਿਸ਼ਟ ਕਰੂਰ, ਜਿਹੜੀ ਦ੍ਰਿਸ਼ਟੀ ਹੈ ਉਹ ਕਰੂਰ ਦ੍ਰਿਸ਼ਟੀ ਹੈ, ਭੈੜੀ ਦ੍ਰਿਸ਼ਟੀ ਹੈ ਕਿ ਇਹਦੇ ਵਿੱਚੋਂ ਮੈਨੂੰ ਕੀ ਮਿਲ ਸਕਦਾ ਹੈ, ਆਪਣਾ ਸਵਾਰਥ ਮੇਰਾ ਕੀ ਹੈ, ਬਸ ਦ੍ਰਿਸ਼ਟੀ ਉਧਰ ਨੂੰ ਹੈ। ਬੋਲੇ ਕੌੜਾ ਜੇ ਬਾਕੀ ਫੂੜ, ਕਿਹੜੇ ਬੋਲ ਨੇ ਉਹ ਵੀ ਕੌੜੇ ਨੇ, ਤੇ ਜੇ ਬਾਕੀ ਫੂੜ ਜੀਭ ਤੋਂ ਜਵਾਨ ਚੋਂ ਜੋ ਨਿਕਲਦਾ ਹੈ ਉਹ ਫਿਰ ਫੂੜ ਤੋਂ ਭਾਵ ਫਜੂਲ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ ਕਿ ਮੁਰਦਾ ਬੋਲੂ ਖੱਪਣ ਪਾੜੂ, ਉਹ ਅਵਸਥਾ ਹੈ ਉਹਨਾਂ ਦੀ। ਸਦਾ ਭੁੱਖੀ, ਕਿਉਂਕਿ ਤ੍ਰਿਸ਼ਨਾਵਾਂ ਨੇ ਅੰਦਰ, ਭੁੱਖ ਹੈ ਪਦਾਰਥਾਂ ਦੀ, ਤੇ ਉਹਦੀ ਕੀ ਹੈ ਫਿਰ ਜਾਣੈ ਦੂਰ। ਮਾਲਕ ਨੂੰ ਦੂਰ ਸਮਝੀ ਬੈਠੀ, ਬਸ ਉਹਨੇ ਸਿਰਫ ਮਾਇਆ ਨੂੰ ਪੱਕਾ ਮੰਨ ਲਿਆ ਵੀ ਜੋ ਕੁਛ ਹੈ ਮਾਇਆ ਹੀ ਹੈ, ਜੋ ਕੁਝ ਹੈ ਪਦਾਰਥ ਨੇ, ਉਸ ਦੇਣ ਵਾਲੇ ਨੂੰ ਦੂਰ ਸਮਝ ਬੈਠੀ। ਐਸੀ ਇਸਤਰੀ ਇਕ ਰਾਮ ਉਪਾਈ, ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਐਸੀ ਇਸਤਰੀ ਮਾਇਆ ਉਸ ਪ੍ਰਮਾਤਮਾ ਨੇ ਕੀਤੀ ਪੈਦਾ ਹੈ, ਇਹ ਦ੍ਰਿਸ਼ਟੀ ਇਸ ਤਰ੍ਹਾਂ ਦੀ ਬਣ ਜਾਂਦੀ ਬੰਦੇ ਦੀ। ਉਹਨ ਸਭ ਜਗ ਖਾਇਆ, ਉਹਨੇ ਸਾਰੇ ਸੰਸਾਰ ਨੂੰ ਖਾਧਾ ਇਸ ਮਾਇਆ ਨੇ। ਹਮ ਗੁਰ ਰਾਖੇ ਮੇਰੇ ਭਾਈ, ਇਹ ਭਾਈ ਮੈਨੂੰ ਮੇਰੇ ਗੁਰੂ ਦੇ ਗਿਆਨ ਨੇ ਰੱਖ ਲਿਆ। ਰਹਾਉ ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ।
ਇਹਨੇ ਠਗੌਲੀ ਪਾ ਕੇ ਠੱਗੀ ਮਾਰ ਕੇ, ਕਿਉਂਕਿ ਮਾਇਆ ਜਿਹੜੀ ਹੈ ਧੋਖਾ ਦਿੰਦੀ ਹੈ, ਮਾਇਆ ਛਲ, ਕਹਿੰਦੇ ਚੰਗੇ ਚੰਗੇ ਨੂੰ ਛਲਿਆ, ਬ੍ਰਹਮਾ ਨੂੰ, ਵਿਸ਼ਨੂੰ ਨੂੰ, ਮਹਾਦੇਵ ਜਿਨ੍ਹਾਂ ਨੂੰ ਦੇਵਤੇ ਮੰਨਦੇ ਨੇ ਲੋਕ, ਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਠੱਗਿਆ ਇਹਨੇ। ਤੇ ਗੁਰਮੁਖ ਨਾਮ ਲੱਗੇ ਸੇ ਸੋਇਆ, ਪਰ ਜਿਹੜੇ ਗੁਰੂ ਵਾਲੇ ਬਣ ਕੇ ਨਾਮ ਨਾਲ ਜੁੜ ਗਏ ਉਹ ਸੋਭਨੀਕ ਹੋ ਗਏ। ਵਰਤ ਨੇਮ ਕਰ ਥਾਕੇ ਕਰਨਾ, ਤਟ ਤੀਰਥ ਭਵੇ ਸਭ ਧਰਨਾ। ਵਰਤਾਂ ਚ, ਨੇਮਾਂ ਚ, ਤੀਰਥਾਂ ਤੇ ਪੁਨਹ ਚਰਨ ਕੀਤੇ ਹੋਏ ਕਰਮਾਂ ਦਾ ਪਛਤਾਵਾ, ਜਗ ਕਰਨੇ, ਹੋਮ ਕਰਨੇ, ਤਟਾਂ ਤੇ, ਤੀਰਥਾਂ ਤੇ, ਸਾਰੀ ਧਰਤੀ ਤੇ ਇਹਦਾ ਪ੍ਰਭਾਵ ਹੈ ਇਸ ਮਾਇਆ ਦਾ। ਸੇ ਉਬਰੇ ਜੇ ਸਤਿਗੁਰ ਕੀ ਸਰਨਾ, ਪਰ ਉਬਰੇ ਹੋਈ ਨੇ ਇਹ ਤੋਂ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਮਾਇਆ ਮੋਹ ਸਭੋ ਜਗ ਬਾਧਾ, ਹਉ ਮੈਂ ਪਚੈ ਮਨ ਮੁਖ ਮੂਹ ਰਾਖਾ। ਮਾਇਆ ਦੇ ਮੋਹ ਨੇ ਸਾਰੇ ਜਗ ਨੂੰ ਖਾਧਾ ਤੇ ਮਨ ਦੇ ਪਿੱਛੇ ਲੱਗਾ ਹੋਇਆ ਮੂਰਖ ਇਨਸਾਨ ਪਚ ਗਿਆ, ਭਾਵ ਖਤਮ ਹੋ ਗਿਆ ਮਾਇਆ 'ਚ। ਇਹ ਮਾਇਆ ਮਮਤਾ ਮੋਹਣੀ, ਇਹ ਮਾਇਆ ਮੋਹਣੀ ਹੈ, ਮਮਤਾ ਪੈਦਾ ਕਰ ਦਿੰਦੀ ਹੈ। ਮਾਇਆ ਮਮਤਾ ਮੋਹਣੀ ਜਿਹਨੇ ਸਾਰੇ ਸੰਸਾਰ ਨੂੰ ਖਾਧਾ ਤੇ ਗੁਰਮੁਖ ਉਭਰੇ। ਇਹਦੇ ਚੋਂ ਗੁਰਮੁਖ ਪਾਰ ਹੋਏ ਨੇ। ਇੱਥੇ ਵੀ ਮਾਰਗ ਨੇ, ਹਉ ਮੈਂ ਪਚੈ ਮਨ ਮੁਖ ਮੂਹ ਰਾਖਾ, ਗੁਰੂ ਨਾਨਕ ਬਾਹ ਪਕੜ ਹਮ ਰਾਖਾ। ਤੇ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਨੇ, ਗੁਰੂ ਦੇ ਗਿਆਨ ਨੇ, ਨਾਨਕ ਦੇ ਸਾਨੂੰ ਬਾਹ ਪਕੜ ਕੇ ਰੱਖ ਲਿਆ, ਭਾਵ ਇਸ ਮੋਹ ਮਾਇਆ ਵਿੱਚ ਪੈਣ ਨਹੀਂ ਦਿੱਤਾ। ਇਹ ਮਾਇਆ ਨੇ ਸਾਨੂੰ ਫਿਰ ਖਾਧਾ ਨਹੀਂ, ਕਿਉਂਕਿ ਮਾਇਆ ਕੀ ਖਾ ਜਾਂਦੀ ਸਾਡਾ? ਮਾਇਆ ਸਾਡੇ ਸ਼ੁਭ ਗੁਣਾਂ ਨੂੰ ਖਾ ਜਾਂਦੀ। ਮਾਇਆ ਜਿਉਂ-ਜਿਉਂ ਆਉਂਦੀ ਕਾਮ ਵਧਾਉਂਦੀ, ਜਿਉਂ-ਜਿਉਂ ਆਉਂਦੀ ਕ੍ਰੋਧ ਵਧਦੀ, ਜਿਉਂ-ਜਿਉਂ ਆਉਂਦੀ ਵਿਕਾਰਾਂ ਵਿੱਚ ਪਾਉਂਦੀ, ਤੇ ਵਿਕਾਰਾਂ ਵਿੱਚ ਪਾ ਕੇ ਬੰਦੇ ਦੇ ਜੀਵਨ ਨੂੰ ਗਾਲ ਦਿੰਦੀ। ਮਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦੀ ਡੈਫੀਨੇਸ਼ਨ ਤੀਜੇ ਪਾਤਸ਼ਾਹ ਨੇ ਬੜੇ ਸਰਲ ਸ਼ਬਦਾਂ ਸਾਨੂੰ ਦਿੱਤੀ। ਮਾਇਆ ਕੱਲਾ ਪੈਸੇ ਹੀ ਨਹੀਂ, ਮਾਇਆ 'ਚ ਬਹੁਤ ਕੁਛ ਆ ਜਾਂਦਾ ਹੈ। ਇਸ ਕਰਕੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਤੇ ਸਾਨੂੰ ਇਹ ਤੋਂ ਕੱਢ ਸਕਦਾ, ਨਹੀਂ ਤੇ ਇਹ ਸੰਸਾਰ ਨੂੰ ਇਹਨੇ ਖਾਧਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।